Hello students, now we will discuss our next topic number 4th of second chapter. ਅੱਜ ਜੋ ਆਪਾਂ ਟੌਪਿਕ ਡਿਸਕਸ ਕਰਨਾ ਉਹ ਹੈਗਾ ਸਰਕੂਲਰ ਫਲੋ ਆਫ ਇਨਕਮ ਇਨ ਆ 3 ਸੈਕਟਰ ਇਕਨੋਮੀ। ਠੀਕ ਹੈ, ਕੱਲ ਆਪਾਂ 2 ਸੈਕਟਰ ਮਾਡਲ ਨੂੰ ਕੰਪਲੀਟ ਕੀਤਾ, ਅੱਜ ਆਪਾਂ ਸਟਾਰਟ ਕਰਨਾ 3 ਸੈਕਟਰ ਮਾਡਲ ਨੂੰ। ਠੀਕ ਹੈ, ਜਿਵੇਂ ਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਆਪਣੀ ਇਕਨੋਮੀ ਦੇ ਵਿੱਚ 5 ਸੈਕਟਰਸ ਹੁੰਦੇ ਆ, ਜਿਵੇਂ ਕਿ ਹਾਊਸ ਹੋਲਡ ਸੈਕਟਰ, प्रोडक्शन सैक्टर, गवर्नमेंट सैक्टर, रेस्ट ऑफ द वर्ल्ड सैक्टर एंड फाइनैंशियल सैक्टर। ठीक है, पहला आप 2 सैक्टर मॉडल दे विच पढ़िया कि 2 सैक्टर हुंदे आ, हाउस होल्ड सैक्टर ते प्रोडक्शन सैक्टर। ठीक है, जदों कि इकॉनमी दे विच सेविंग नहीं की जाती, पर कहते 2 सैक्टर मॉडल दे विच अगे आपां पढ़िया जदों इकॉनमी दे विच सेविंग्स कीतियां जांदियां तां उदों की आ थर्ड सैक्टर इंक्लूड हो जाना इहदे विच, जो कि है फाइनैंशियल सैक्टर, जिहदे विच बैंकिंग वगैरह आ जाती है। ठीक है, ਹੁਣ देखो ਅੱਜ ਆਪਾਂ 3 ਸੈਕਟਰ ਮਾਡਲ ਕਰਨਾ, ਉਹਦੇ ਵਿੱਚ ਆਪਾਂ ਅਗਲਾ ਸੈਕਟਰ ਇੰਕਲੂਡ ਕਰਾਂਗੇ ਗਵਰਨਮੈਂਟ ਦਾ ਸੈਕਟਰ, ਜਿਹਨੂੰ ਆਪਾਂ ਸਰਕਾਰ ਦਾ ਖੇਤਰ ਜਾਂ ਸਰਕਾਰੀ ਖੇਤਰ ਵੀ ਬੋਲਦੇ ਹਾਂ। ਕਲੀਅਰ, ਦੇਖੋ ਆਪਾਂ ਇਹ ਮਾਡਲ ਨੂੰ ਐਕਸਪਲੇਨ ਕਰਦੇ ਹਾਂ। ਇਨ ਆ ਮਾਡਰਨ ਇਕਨੋਮੀ ਦਾ ਗਵਰਨਮੈਂਟ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਇਕਨੋਮੀ। ਠੀਕ ਹੈ, ਕਹਿੰਦੇ ਮਾਡਰਨ ਸਮੇਂ ਦੇ ਵਿੱਚ ਮਾਡਰਨ ਇਕਨੋਮੀ ਦੇ ਵਿੱਚ ਗਵਰਨਮੈਂਟ ਸੈਕਟਰ ਦਾ ਜਿਹੜਾ ਰੋਲ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। Government has many sources of revenue, but the main source of revenue is tax. ठीक है, ਆਪਾਂ ਨੂੰ ਪਤਾ ਕਿ ਗਵਰਨਮੈਂਟ ਦੇ ਕੀ ਆ ਬਹੁਤ ਸਾਰੇ ਸੋਰਸਸ ਆ ਜਿਹਦੇ ਤੋਂ ਉਹ ਰੈਵਨਿਊ ਪ੍ਰਾਪਤ ਕਰਦੀ ਆ, ਇਨਕਮ ਪ੍ਰਾਪਤ ਕਰਦੀ ਆ। ਠੀਕ ਹੈ, ਪਰ ਸਭ ਤੋਂ ਮੁੱਖ ਸਰੋਤ ਸੋਰਸਸ ਉਹਦੀ ਇਨਕਮ ਦਾ ਕੀ ਹੈ, ਟੈਕਸਾਂ ਨੂੰ ਮੰਨਿਆ ਜਾਂਦਾ, ਜੋ ਕਰ ਲਗਾਏ ਜਾਂਦੇ ਆ ਲੋਕਾਂ ਤੇ। ਠੀਕ ਹੈ, ਆਪਾਂ ਨੂੰ ਪਤਾ ਵੀ ਗਵਰਨਮੈਂਟ ਦੁਆਰਾ ਟੈਕਸ ਲਗਾਏ ਜਾਂਦੇ ਆ, ਕਰ ਲਗਾਏ ਜਾਂਦੇ ਆ, ਉਹ ਘਰੇਲੂ ਖੇਤਰ ਤੇ ਵੀ ਲਗਾਏ ਜਾਂਦੇ ਆ ਤੇ ਉਤਪਾਦਨ ਖੇਤਰ ਤੇ ਵੀ ਲਗਾਏ ਜਾਂਦੇ ਆ। ਠੀਕ ਹੈ, ਆਪਾਂ ਹਾਊਸ ਹੋਲਡ ਮਤਲਬ ਆਪਾਂ ਲੋਕ ਆਪਾਂ ਇਨਕਮ ਟੈਕਸ ਦਿੰਦੇ ਆ, ਪ੍ਰੋਪਰਟੀ ਟੈਕਸ ਦਿੰਦੇ ਆ। ਠੀਕ ਹੈ, ਇਹ ਕੀ ਆ, ਹਾਊਸ ਹੋਲਡ ਤੇ ਲੱਗਣ ਵਾਲਾ ਟੈਕਸ। ਠੀਕ ਹੈ, ਬਿਜ਼ਨਸ ਫਰਮ ਤੇ ਉਹਨਾਂ ਦੇ ਜਦੋਂ ਉਹਨਾਂ ਨੇ ਆਪਦੀ ਇਨਵੈਸਟਮੈਂਟ ਕਰਨੀ ਹੁੰਦੀ ਆ, ਕੋਈ ਲਾਇਸੈਂਸ ਵਗੈਰਾ ਲੈਣਾ ਹੁੰਦਾ, ਕਈ ਤਰ੍ਹਾਂ ਦੇ ਉਹ ਵੀ ਕੀ ਆ ਟੈਕਸ ਪੇ ਕਰਦੇ ਆ। ਠੀਕ ਹੈ, ਦੇਖੋ ਕਹਿੰਦੇ ਇਹਨਾਂ ਜਿਹੜੇ ਟੈਕਸ ਆ ਉਹ ਹੀ ਗਵਰਨਮੈਂਟ ਦੀ ਰੈਵਨਿਊ ਦੇ ਮੁੱਖ ਕੀ ਆ ਸੋਰਸਸ ਆ। ਠੀਕ ਹੈ, ਜਿਨ੍ਹਾਂ ਨਾਲ ਇਨਕਮ ਜਾਂਦੀ ਹੈ ਗਵਰਨਮੈਂਟ ਨੂੰ। ਕਹਿੰਦੇ ਜਦੋਂ ਗਵਰਨਮੈਂਟ ਨੂੰ ਇਨਕਮ ਜਾਂਦੀ ਹੈ ਤਾਂ ਆਪਾਂ ਨੂੰ ਪਤਾ ਵੀ ਗਵਰਨਮੈਂਟ ਖਰਚ ਵੀ ਕਰਦੀ ਹੈ। ਸੋ ਦੇਖੋ ਤਾਂ ਕਹਿੰਦੇ ਗਵਰਨਮੈਂਟ ਆਲਸੋ ਸਪੈਂਡਸ ਲਾਰਜ ਅਮਾਊਂਟ ਔਨ ਡਿਵੈਲਪਮੈਂਟ ਪ੍ਰੋਜੈਕਟ, ਡਿਫੈਂਸ, ਵੈਲਫੇਅਰ ਐਕਟੀਵਿਟੀਜ਼, ਆਲਸੋ ਔਨ ਦਾ ਸਬਸਿਡੀਜ਼। ਠੀਕ ਹੈ, ਕਹਿੰਦੇ ਇਹੀ ਪੈਸਾ ਗਵਰਨਮੈਂਟ ਖਰਚ ਕਰਦੀ ਹੈ ਕਿਹਦੇ ਤੇ, ਕਹਿੰਦੇ ਆਪਣੀ ਡਿਵੈਲਪਮੈਂਟ ਕਰਨ ਲਈ, ਆਪਣੇ ਦੇਸ਼ ਦੀ ਡਿਵੈਲਪਮੈਂਟ ਕਰਨ ਲਈ, ਉਹਦੀ ਗਰੋਥ ਕਰਨ ਲਈ। ਇਸ ਤੋਂ ਬਿਨਾਂ ਕਹਿੰਦੇ ਸਮਾਜ ਦਾ ਕਲਿਆਣ ਕਰਨ ਲਈ, ਵੈਲਫੇਅਰ ਕਰਨ ਲਈ, ਤੇ ਉਹ ਇਸ ਤੋਂ ਬਿਨਾਂ ਕੀ ਆ ਸੁਰੱਖਿਆ ਕਰਨ ਲਈ ਆਪਣੇ ਲੋਕਾਂ ਦੀ, ਜਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਬਸਿਡੀਜ਼ ਪ੍ਰੋਵਾਈਡ ਕਰਦੀ ਆ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਿੱਥੇ ਕੀ ਹੈ ਗਵਰਨਮੈਂਟ ਦਾ ਰੈਵਨਿਊ ਵੀ ਹੁੰਦਾ, ਆਮਦਨ ਵੀ ਹੁੰਦੀ ਆ, ਉੱਥੇ ਕੀ ਉਹਨੂੰ ਐਕਸਪੈਂਡੀਚਰ ਵੀ, ਖਰਚ ਵੀ ਕਰਨਾ ਪੈਂਦਾ। ਕਲੀਅਰ, ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਪਹਿਲਾਂ ਆਪਾਂ ਜਿਹੜੇ 2 ਸੈਕਟਰ ਮਾਡਲ ਪੜ੍ਹੇ ਉਹਦੇ ਵਿੱਚ ਕੀ ਆ, ਹਾਊਸ ਹੋਲਡ ਸੈਕਟਰ ਹੁੰਦਾ, ਬਿਜ਼ਨਸ ਸੈਕਟਰ ਹੁੰਦਾ। ਠੀਕ ਹੈ, ਪ੍ਰੋਡਕਸ਼ਨ ਸੈਕਟਰ ਜਿਹਨੂੰ ਬੋਲਿਆ ਜਾਂਦਾ, ਤੇ ਫਾਈਨੈਂਸ਼ੀਅਲ ਸਿਸਟਮ ਜਾਂ ਫਾਈਨੈਂਸ਼ੀਅਲ ਸੈਕਟਰ ਹੁੰਦਾ। ਠੀਕ ਹੈ, ਇਹ 3 ਸੈਕਟਰ ਕੀ ਆ ਇਨਕਲੂਡ ਹੁੰਦੇ ਆ। ਕਲੀਅਰ, ਇਹ ਸੈਕਟਰ ਇਦਾਂ ਹੀ ਕੰਮ ਕਰਦੇ ਆ ਜਿੱਦਾਂ ਪਹਿਲਾਂ ਕਰਦੇ ਸੀ। ਨੀਚੇ ਕੀ ਆ ਰੀਅਲ ਫਲੋ ਤੇ ਮਨੀ ਫਲੋ ਨੂੰ ਦਿਖਾਇਆ ਗਿਆ। ਠੀਕ ਹੈ, ਇਸੇ ਤਰ੍ਹਾਂ ਆਪਾਂ ਪੜ੍ਹਿਆ ਸੀ ਕਿ ਹਾਊਸ ਹੋਲਡ ਸੈਕਟਰ ਵੀ ਬੈਂਕਿੰਗ ਸੈਕਟਰ ਕੋਲ ਕੀ ਹੈ ਸੇਵਿੰਗਸ ਕਰਦਾ ਤੇ ਬੋਰਿੰਗਸ ਕਰਦਾ। ਠੀਕ ਹੈ, ਇਸ ਤੋਂ ਬਿਨਾਂ ਜਿਹੜਾ ਪ੍ਰੋਡਕਸ਼ਨ ਸੈਕਟਰ ਆ, ਠੀਕ ਹੈ, ਬਿਜ਼ਨਸ ਫਰਮਸ ਆ, ਉਹ ਵੀ ਸੇਵਿੰਗਸ ਕਰਦੀਆਂ ਬੈਂਕਾਂ ਵਗੈਰਾ ਦੇ ਵਿੱਚ, ਫਾਈਨੈਂਸ਼ੀਅਲ ਸੈਕਟਰ ਦੇ ਨਾਲ ਜੁੜੀਆਂ ਹੁੰਦੀਆਂ। ਇਸ ਤੋਂ ਬਿਨਾਂ ਉਹ ਕੀ ਹੈ ਕਰਜ਼ਾ ਵਗੈਰਾ ਵੀ ਕੀ ਹੈ ਬੈਂਕਾਂ ਤੋਂ ਲੈਂਦੀਆਂ। ਹੁਣ ਆਪਾਂ ਕੀ ਕੀਤਾ ਸੀ, ਅੱਜ ਆਪਾਂ ਪੜ੍ਹਨਾ ਕਿ 3 ਸੈਕਟਰ ਸਰਕੂਲਰ ਫਲੋ ਆਫ ਇਨਕਮ। ਠੀਕ ਹੈ, ਉਹਦੇ ਵਿੱਚ ਆਪਾਂ ਕੀ ਕਰਨਾ ਕਿ ਅਗਲੇ ਸੈਕਟਰ ਨੂੰ ਇਨਕਲੂਡ ਕਰ ਲੈਣਾ, ਉਹ ਕੀ ਆ ਗਵਰਨਮੈਂਟ ਦਾ ਸੈਕਟਰ। ਠੀਕ ਹੈ, ਪਹਿਲਾਂ ਆਪਾਂ ਗਵਰਨਮੈਂਟ ਸੈਕਟਰ ਨੂੰ ਫਾਈਨੈਂਸ਼ੀਅਲ ਸੈਕਟਰ ਦੇ ਨਾਲ ਜੋੜਾਂਗੇ। ਆਪਾਂ ਨੂੰ ਪਤਾ ਵੀ ਗਵਰਨਮੈਂਟ ਕੀ ਆ ਆਪਦੇ ਪੈਸੇ ਨੂੰ ਬਚਾ ਕੇ ਰੱਖਦੀ ਆ, ਉਹ ਵੀ ਕੀ ਹੈ ਬੈਂਕਾਂ ਦੇ ਵਿੱਚ ਬਚਾ ਕੇ ਰੱਖਦੀ ਆ। ਠੀਕ ਹੈ, ਗਵਰਨਮੈਂਟ ਜਦੋਂ ਕਹਿੰਦੇ ਘਾਟੇ 'ਚ ਚੱਲ ਰਹੀ ਹੁੰਦੀ ਹੈ ਤਾਂ ਉਹਨਾਂ ਨੂੰ ਕਰਜ਼ਾ ਵੀ ਲੈਣਾ ਪੈਂਦਾ ਬੈਂਕਾਂ ਵਗੈਰਾ ਤੋਂ, ਸੋ ਉਹ ਕੀ ਆ ਬੋਰੋ ਵੀ ਕਰਦੀ ਆ ਉਹਦੇ ਤੋਂ। ਦੈਟਸ ਮੀਨ ਕਿ ਗਵਰਨਮੈਂਟ ਕੀ ਆ ਇਹਦੇ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ, ਜਿੱਦਾਂ ਹਾਊਸ ਹੋਲਡ ਸੈਕਟਰ ਤੇ ਪ੍ਰੋਡਕਸ਼ਨ ਸੈਕਟਰ ਇਹਦੇ ਨਾਲ ਜੁੜਿਆ ਹੋਇਆ, ਉੱਦਾਂ ਹੀ ਸੇਵਿੰਗਸ ਕਰਦੀ ਹੈ ਤੇ ਬੋਰੋ ਕਰਦੀ ਹੈ ਇਹਨਾਂ ਤੋਂ। ਕਲੀਅਰ, ਹੁਣ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਗਵਰਨਮੈਂਟ ਕੀ ਆ, ਗਵਰਨਮੈਂਟ ਦਾ ਰੈਵਨਿਊ ਵੀ ਆ ਤੇ ਉਹ ਖਰਚ ਵੀ ਕਰਦੀ ਹੈ, ਐਕਸਪੈਂਡੀਚਰ ਵੀ ਕਰਦੀ ਹੈ। ਠੀਕ ਹੈ, ਜਿੱਥੇ ਉਹਦੀ ਆਮਦਨ ਆ ਉੱਥੇ ਉਹਨੂੰ ਖਰਚ ਵੀ ਕਰਨਾ ਪੈਂਦਾ। ਹੁਣ ਆਪਾਂ ਪਹਿਲਾਂ ਦੇਖਦੇ ਹਾਂ ਵੀ ਗਵਰਨਮੈਂਟ ਨੂੰ ਆਮਦਨ ਕਿੱਥੋਂ ਆਉਂਦੀ ਹੈ। ਠੀਕ ਹੈ, ਆਪਾਂ ਨੂੰ ਪਤਾ ਵੀ ਗਵਰਨਮੈਂਟ ਕੀ ਆ
ਹਾਊਸ ਹੋਲਡ ਸੈਕਟਰ ਤੇ ਵੀ ਟੈਕਸ ਲਗਾਉਂਦੀ ਆ ਤੇ ਬਿਜ਼ਨਸ ਫਰਮਸ ਤੇ ਵੀ ਟੈਕਸ ਲਗਾਉਂਦੀ ਆ। ਠੀਕ ਹੈ, ਸੋ ਅਬ ਜਿਹੜੀ ਮਨੀ ਟ੍ਰਾਂਸਫਰ ਹੋਗੀ ਇਨ ਦ ਫॉर्म ऑफ टैक्स, ਪਹਿਲਾਂ ਕੀ ਆ ਹਾਊਸ ਹੋਲਡ ਸੈਕਟਰ ਕੀ ਆ ਇਹ ਵਾਲਾ ਪੈਸਾ ਕੀ ਹੈ ਗਵਰਨਮੈਂਟ ਕੋਲ ਜਮ੍ਹਾਂ ਕਰਵਾਉਂਦੀ ਹੈ। ਠੀਕ ਹੈ, ਸੋ ਬਿਜ਼ਨਸ ਫਰਮਸ ਤੇ ਵੀ ਟੈਕਸ ਲਗਾਇਆ ਜਾਂਦਾ, ਸੋ ਇਹ ਵੀ ਕੀ ਹੈ ਇਹਦਾ ਰੈਵਨਿਊ ਦਾ ਮੁੱਖ ਸੋਰਸ ਹੈ। ਠੀਕ ਹੈ, ਹੁਣ ਗਵਰਨਮੈਂਟ ਦੇ ਇਹ ਕੀ ਸੀ ਰੈਵਨਿਊ ਦਾ ਸੋਰਸ। ਇਸ ਤੋਂ ਬਿਨਾਂ ਆਪਾਂ ਨੂੰ ਪਤਾ ਵੀ ਗਵਰਨਮੈਂਟ ਹੈ ਜਿਹੜੀ ਉਹ ਹਾਊਸ ਹੋਲਡ ਨੂੰ ਬਹੁਤ ਤਰ੍ਹਾਂ ਕੀ ਹੈ ਹੈਲਪ ਵੀ ਕਰਦੀ ਹੈ। ਠੀਕ ਹੈ, ਤੇ ਜਿਹੜੀਆਂ ਬਿਜ਼ਨਸ ਫਰਮਸ ਆ ਉਹਨਾਂ ਨੂੰ ਸਬਸਿਡੀਜ਼ ਵੀ ਦਿੰਦੀ ਆ। ਕਲੀਅਰ, ਸੋ ਗਵਰਨਮੈਂਟ ਕੀ ਆ ਖਰਚ ਕਾਹਦੇ ਤੇ ਕਰਦੀ ਆ, ਇੱਕ ਤਾਂ ਉਹ ਹਾਊਸ ਹੋਲਡ ਜੋ ਆਪਣੇ ਗਵਰਨਮੈਂਟ ਇੰਪਲੋਇਜ਼ ਹੁੰਦੀ ਆ ਉਹਨਾਂ ਨੂੰ ਸੈਲਰੀ ਵਗੈਰਾ ਦਿੰਦੀ ਆ, ਵੇਜਸ ਵਗੈਰਾ ਦਿੰਦੀ ਆ। ਕਲੀਅਰ, ਸੋ ਮਨੀ ਟ੍ਰਾਂਸਫਰ ਹੋ ਜੂਗੀ ਗਵਰਨਮੈਂਟ ਸੈਕਟਰ ਟੂ ਹਾਊਸ ਹੋਲਡ ਸੈਕਟਰ। ਕਲੀਅਰ, ਇਸ ਤੋਂ ਬਿਨਾਂ ਆਪਾਂ ਨੂੰ ਪਤਾ ਵੀ ਗਵਰਨਮੈਂਟ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਕਰਦੀ ਆ, ਉਹ ਹਸਪੀਟਲ ਬਣਾਉਂਦੀ ਆ, ਸਕੂਲ ਬਣਾਉਂਦੀ ਆ, ਪੁਲ ਬਣਾਉਂਦੀ ਆ, ਸੜਕਾਂ ਵਗੈਰਾ ਬਣਾਉਂਦੀ ਆ। ਸੋ ਉਹਨਾਂ ਨੂੰ ਕੀ ਆ ਗੁਡਸ ਤੇ ਸਰਵਿਸ ਦੀ ਵੀ ਲੋੜ ਪੈਂਦੀ ਆ, ਸੋ ਉਹ ਐਕਸਪੈਂਡੀਚਰ ਕਰਦੀ ਆ ਗੁਡਸ ਐਂਡ ਸਰਵਿਸ ਤੇ ਜੋ ਬਿਜ਼ਨਸ ਫਰਮ ਉਹਨਾਂ ਨੂੰ ਪ੍ਰੋਵਾਈਡ ਕਰਦਾ। ਠੀਕ ਹੈ, ਉਹ ਵਾਲੀਆਂ ਗੁਡਸ ਤੇ ਸਰਵਿਸ ਤੇ ਕੀ ਆ ਖਰਚ ਕਰਨਾ ਪੈਂਦਾ ਗਵਰਨਮੈਂਟ ਨੂੰ। ਸੋ ਗਵਰਨਮੈਂਟ ਦਾ ਪੈਸਾ ਕੀ ਆ ਬਿਜ਼ਨਸ ਫਰਮ ਕੋਲ ਟ੍ਰਾਂਸਫਰ ਹੋ ਜਾਂਦਾ। ਇਸ ਤੋਂ ਬਿਨਾਂ ਕਹਿੰਦੇ ਟ੍ਰਾਂਸਫਰ ਪੇਮੈਂਟਸ ਵੀ ਗਵਰਨਮੈਂਟ ਸੈਕਟਰ ਆ ਹਾਊਸ ਹੋਲਡ ਸੈਕਟਰ ਨੂੰ ਟ੍ਰਾਂਸਫਰ ਕਰਦਾ। ਕਿਵੇਂ ਟ੍ਰਾਂਸਫਰ ਪੇਮੈਂਟਸ, ਉਹ ਪੇਮੈਂਟਸ ਹੁੰਦੀਆਂ ਦੇਖੋ ਜਿਵੇਂ ਲੋਕਾਂ ਨੂੰ ਪੈਨਸ਼ਨ ਵਗੈਰਾ ਦਿੱਤੀਆਂ, ਸਕੋਲਰਸ਼ਿਪਸ ਦਿੱਤੀਆਂ ਜਾਂਦੀਆਂ, ਭੱਤੇ ਵਗੈਰਾ, ਅਲਾਊਂਸ ਵਗੈਰਾ ਦਿੱਤੇ ਜਾਂਦੇ ਆ। ਸੋ ਗਵਰਨਮੈਂਟ ਤੋਂ ਪੈਸਾ ਕੀ ਆ ਹਾਊਸ ਹੋਲਡ ਵੱਲ ਇਹਨਾਂ ਸਰਵਿਸ ਦੁਆਰਾ ਪ੍ਰੋਵਾਈਡ ਹੋ ਜਾਂਦਾ। ਇਸ ਤੋਂ ਬਿਨਾਂ ਦੇਖੋ ਕਹਿੰਦੇ ਗਵਰਨਮੈਂਟ ਸੈਕਟਰ ਬਿਜ਼ਨਸ ਸੈਕਟਰ ਨੂੰ ਸਬਸਿਡੀਜ਼ ਵੀ ਪ੍ਰੋਵਾਈਡ ਕਰਦਾ। ਠੀਕ ਹੈ, ਇਸ ਤਰ੍ਹਾਂ ਕੀ ਆ ਜਿਹੜਾ ਪੈਸਾ ਗਵਰਨਮੈਂਟ ਦਾ ਉਹ ਕੀ ਆ ਸਬਸਿਡੀ ਰਾਹੀਂ ਇਹਨਾਂ ਲੋਕਾਂ ਕੋਲ ਚਲਿਆ ਜਾਂਦਾ। ਇਸ ਤਰ੍ਹਾਂ ਇਹ ਕੀ ਆ ਗਵਰਨਮੈਂਟ ਦੇ ਪਹਿਲਾਂ ਰੈਵਨਿਊ ਤੇ ਦੈਨ ਗਵਰਨਮੈਂਟ ਦਾ ਐਕਸਪੈਂਡੀਚਰ। ਇਸ ਤਰ੍ਹਾਂ ਕੀ ਆ ਇਹ ਆਪਣਾ 3 ਸੈਕਟਰ ਮਾਡਲ ਬਣ ਜਾਂਦਾ ਜਿਹਦੇ ਵਿੱਚ ਗਵਰਨਮੈਂਟ ਸੈਕਟਰ ਨੂੰ ਇਨਕਲੂਡ ਕੀਤਾ ਜਾਂਦਾ। ਕਲੀਅਰ, 3 ਸੈਕਟਰ ਮਾਡਲ ਕੰਪਲੀਟ ਕਰਨ ਤੋਂ ਬਾਅਦ ਹੁਣ ਆਪਾਂ ਕਰਾਂਗੇ ਸਰਕੂਲਰ ਫਲੋ ਆਫ ਇਨਕਮ ਇਨ ਆ 4 ਸੈਕਟਰ ਇਕਨੋਮੀ। ਠੀਕ ਹੈ, ਹੁਣ ਆਪਾਂ 4 ਸੈਕਟਰ ਮਾਡਲ ਕਰਾਂਗੇ। ਇਹਦੇ ਵਿੱਚ ਕੀ ਆ ਰੈਸਟ ਆਫ ਦਾ ਵਰਲਡ ਜਿਹੜਾ ਸੈਕਟਰ ਆ ਉਹ ਇਨਕਲੂਡ ਹੋ ਜਾਊਗਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਸਾਰਾ ਵਰਲਡ ਕੀ ਗਲੋਬਲਾਈਜ਼ਡ ਹੋ ਚੁੱਕਿਆ। ਗਲੋਬਲਾਈਜ਼ਡ ਦਾ ਮਤਲਬ ਹੁੰਦਾ ਕਿ ਸਾਰੀਆਂ ਕੰਟਰੀਜ਼ ਆਪਸ ਦੇ ਵਿੱਚ ਕੀ ਆ ਇੰਟਰੈਕਟ ਕਰਦੀਆਂ। ਠੀਕ ਹੈ, ਆਪਸ ਦੇ ਵਿੱਚ ਉਹ ਜਿਹੜੀਆਂ ਸਾਰੀਆਂ ਕੰਟਰੀਜ਼ ਹੁੰਦੀਆਂ ਟ੍ਰੇਡ ਦੇ ਰਾਹੀਂ ਰਿਲੇਸ਼ਨਸ਼ਿਪ ਰੱਖਦੀਆਂ। ਠੀਕ ਹੈ, ਕੰਟਰੀਜ਼ ਆਪਸ ਦੇ ਵਿੱਚ ਐਕਸਪੋਰਟ ਕਰਦੀਆਂ ਐਂਡ ਇੰਪੋਰਟ ਕਰਦੀਆਂ। ਕਲੀਅਰ, ਕਹਿੰਦੇ ਦੇਖੋ ਇਦਾਂ ਹੀ ਆਪਣੀ ਕੰਟਰੀ ਵੀ ਬਾਹਰਲੀ ਜਿਹੜੀਆਂ ਫੋਰਨ ਕੰਟਰੀਜ਼ ਹੁੰਦੀਆਂ ਉਹਨਾਂ ਦੇ ਨਾਲ ਟ੍ਰੇਡ ਕਰਦੀ ਆ। ਠੀਕ ਹੈ, ਕਹਿੰਦੇ ਜਦੋਂ ਆਪਣੀ ਕੰਟਰੀ ਬਾਕੀ ਦੇਸ਼ਾਂ ਦੇ ਨਾਲ ਐਕਸਪੋਰਟ ਕਰਦੀ ਆ। ਠੀਕ ਹੈ, ਮਤਲਬ ਐਕਸਪੋਰਟ ਕਰਨ ਦਾ ਮਤਲਬ ਹੁੰਦਾ ਕਿ ਆਪਣੀ ਕੰਟਰੀ ਆਪਣੇ ਦੇਸ਼ ਦੀਆਂ ਗੁਡਸ ਐਂਡ ਸਰਵਿਸ ਨੂੰ ਦੂਸਰੀ ਕੰਟਰੀਆਂ ਦੇ ਵਿੱਚ ਠੀਕ ਹੈ ਫੋਰਨਰਸ ਦੇ ਲਈ ਭੇਜਦੀ ਆ, ਤਾਂ ਉਦੋਂ ਆਪਾਂ ਨੂੰ ਉਹਦੇ ਬਦਲੇ ਦੇ ਵਿੱਚ ਐਕਸਪੋਰਟ ਰਿਸਿਪਟ ਪ੍ਰਾਪਤ ਹੁੰਦੀਆਂ। ਐਕਸਪੋਰਟ ਰਿਸਿਪਟ ਦਾ ਮਤਲਬ ਹੁੰਦਾ ਕਿ ਪੇਮੈਂਟਸ ਪ੍ਰਾਪਤ ਹੁੰਦੀਆਂ। ਠੀਕ ਹੈ, ਪੈਸਾ ਪ੍ਰਾਪਤ ਹੁੰਦਾ। ਕਲੀਅਰ, ਇਸੇ ਤਰ੍ਹਾਂ ਆਪਣੀ ਕੰਟਰੀਜ਼ ਦੂਸਰੇ ਪਾਸੇ ਕੀ ਆ ਇੰਪੋਰਟ ਵੀ ਕਰਦੀ ਆ। ਠੀਕ ਹੈ, ਇੰਪੋਰਟ ਦਾ ਮਤਲਬ ਹੁੰਦਾ ਕਿ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ਾਂ ਦੇ ਵਿੱਚ ਚੀਜ਼ਾਂ ਨੂੰ ਮੰਗਵਾਉਣਾ। ਠੀਕ ਹੈ, ਆਪਾਂ ਨੂੰ ਪਤਾ ਜਦੋਂ ਆਪਣੀਆਂ ਕੰਟਰੀ ਦੇ ਲੋਕ ਆ ਬਾਹਰੋਂ ਚੀਜ਼ਾਂ ਮੰਗਵਾਉਣਗੇ ਤਾਂ ਆਪਾਂ ਨੂੰ ਉਹਨਾਂ ਦੇ ਬਦਲੇ ਕੀ ਆ ਬਾਹਰਲੇ ਦੇਸ਼ਾਂ ਨੂੰ ਪੈਸਾ ਭੇਜਣਾ ਪਊਗਾ। ਸੋ ਉਹਨਾਂ ਨੂੰ ਇੰਪੋਰਟ ਪੇਮੈਂਟਸ ਬੋਲਦੇ ਆ। ਠੀਕ ਹੈ, ਪੇਮੈਂਟਸ ਮਤਲਬ ਭੁਗਤਾਨ। ਠੀਕ ਹੈ, ਆਯਾਤ ਭੁਗਤਾਨ ਤੇ ਨਿਰਯਾਤ ਪ੍ਰਾਪਤੀਆਂ। ਠੀਕ ਹੈ, ਪ੍ਰਾਪਤੀਆਂ ਉਹ ਜਿਹੜਾ ਪੈਸਾ ਆਪਣੇ ਦੇਸ਼ ਵਿੱਚ ਆਉਣਾ, ਇੰਪੋਰਟ ਪੇਮੈਂਟਸ ਜੋ ਆਪਣਾ ਪੈਸਾ ਜਿਹੜਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ। ਸੋ ਦੇਖੋ ਡਾਇਗਰਾਮ ਤੋਂ ਇਹ ਮਾਡਲ ਬਿਲਕੁਲ ਕਲੀਅਰ ਹੋ ਜਾਊਗਾ। ਕਲੀਅਰ, ਬਿਲਕੁਲ ਦੇਖੋ ਕਿ ਉਦਾਂ ਹੀ ਸੈਕਟਰ ਲਏ ਗਏ ਨੇ ਹਾਊਸ ਹੋਲਡ ਸੈਕਟਰ, ਪ੍ਰੋਡਕਸ਼ਨ ਸੈਕਟਰ, ਠੀਕ ਹੈ, ਗਵਰਨਮੈਂਟ ਸੈਕਟਰ ਤੇ ਫਾਈਨੈਂਸ਼ੀਅਲ ਸੈਕਟਰ ਜੋ ਆਪਾਂ ਪਹਿਲਾਂ ਹੀ ਮਾਡਲਸ ਦੇ ਵਿੱਚ ਪੜ੍ਹ ਚੁੱਕੇ ਹਾਂ। ਠੀਕ ਹੈ, ਉਦਾਂ ਹੀ ਕੀ ਆ ਸੇਵਿੰਗਸ ਤੇ ਬੋਰਿੰਗਸ ਹੋ ਰਹੀਆਂ ਤਿੰਨਾਂ ਸੈਕਟਰਾਂ ਦੇ ਵਿਚਕਾਰ। ਠੀਕ ਹੈ, ਇਸੇ ਤਰ੍ਹਾਂ ਕੀ ਆ ਹਾਊਸ ਹੋਲਡ ਸੈਕਟਰ ਟੈਕਸ ਦੇ ਰਿਹਾ। ਠੀਕ ਹੈ, ਜਿਹੜੇ ਬਿਜ਼ਨਸ ਸੈਕਟਰਸ ਨੇ ਉਹ ਵੀ ਕੀ ਹੈ ਟੈਕਸ ਦੇ ਰਿਹਾ ਤੇ ਗਵਰਨਮੈਂਟ ਇਹਨਾਂ ਤੇ ਐਕਸਪੈਂਡੀਚਰ ਕਰ ਰਿਹਾ, ਸਬਸਿਡੀਜ਼ ਦੇ ਰਿਹਾ, ਇਹਨਾਂ ਨੂੰ ਟ੍ਰਾਂਸਫਰ ਪੇਮੈਂਟਸ ਦੇ ਰਿਹਾ ਤੇ ਇਹਨਾਂ ਨੂੰ ਸੈਲਰੀਜ਼ ਤੇ ਵੇਜਸ ਦੇ ਰਿਹਾ। ਕਲੀਅਰ, ਹੁਣ ਆਪਾਂ ਪੜ੍ਹਨਾ ਕਿ ਜਿਹੜਾ 4 ਸੈਕਟਰ ਇਕਨੋਮੀ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਐਕਸਪੋਰਟ ਤੇ ਇੰਪੋਰਟ ਨੂੰ ਇਨਕਲੂਡ ਕੀਤਾ ਜਾਂਦਾ। ਸੋ ਆਪਾਂ ਨੂੰ ਪਤਾ ਐਕਸਪੋਰਟ ਤੇ ਇੰਪੋਰਟ ਤਾਂ ਹੀ ਇਨਕਲੂਡ ਹੋ ਜਾਣਗੇ ਤਾਂ ਜਾਂ
ਜਦੋਂ ਕਿ ਆਪਣੇ ਦੇਸ਼ ਦੇ ਨਾਲ ਬਾਕੀ ਦੇਸ਼ਾਂ ਦੀ ਕੀ ਹੈ ਰੈਸਟ ਆਫ ਦਾ ਵਰਲਡ ਸੈਕਟਰ ਜੁੜਿਆ ਹੋਵੇ। ਠੀਕ ਹੈ, ਬਾਕੀ ਦੇਸ਼ਾਂ ਦੀਆਂ ਇਕੋਨਮੀਆਂ ਆਪਣੇ ਜਿਹੜੀ ਇਕੋਨਮੀ ਆ ਆਪਣੇ ਦੇਸ਼ ਦੀ ਇਕੋਨਮੀ ਨਾਲ ਜੁੜੀ ਹੋਊਗੀ। ਕਲੀਅਰ। ਉੱਦਾਂ ਹੀ ਆਪਾਂ ਸਾਰੀ ਡਾਇਗਰਾਮ ਬਣਾ ਕੇ ਇਹਦੇ ਵਿੱਚ ਕੀ ਆ ਅਗਲਾ ਸੈਕਟਰ ਇੰਕਲੂਡ ਕਰ ਲੈਣਾ ਰੈਸਟ ਆਫ ਦਾ ਵਰਲਡ। ਠੀਕ ਹੈ, ਦੇਖੋ ਪਹਿਲਾਂ ਕੀ ਹੋਊਗਾ, ਕਹਿੰਦੇ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਜਿਹੜੇ ਬਿਜ਼ਨਸ ਫਰਮਸ ਨੇ, ਠੀਕ ਹੈ, ਪ੍ਰੋਡਕਸ਼ਨ ਸੈਕਟਰ ਨੇ, ਉਹ ਗੁਡਸ ਤੇ ਸਰਵਿਸ ਬਣਾਉਂਦੇ ਆ। ਮਤਲਬ ਬਾਕੀ ਦੇਸ਼ ਜਿਹੜੇ ਪ੍ਰੋਡਕਸ਼ਨ ਸੈਕਟਰ ਦੇ ਨਾਲ ਕਿਸ ਤਰ੍ਹਾਂ ਜੁੜਨਗੇ, ਆਪਾਂ ਨੂੰ ਪਤਾ ਵੀ ਪ੍ਰੋਡਕਸ਼ਨ ਸੈਕਟਰ ਕੀ ਆ, ਗੁਡਸ ਤੇ ਸਰਵਿਸ ਨੂੰ ਪ੍ਰੋਡਿਊਸ ਕਰਦਾ। ਸੋ ਜਿਹੜਾ ਐਕਸਪੋਰਟ ਤੇ ਇੰਪੋਰਟ ਕੀਤਾ ਜਾਊਗਾ ਉਹ ਇਹਨਾਂ ਨਾਲ ਜੋੜਿਆ ਜਾਊਗਾ। ਠੀਕ ਹੈ, ਜਿਹੜਾ ਬਿਜ਼ਨਸ ਸੈਕਟਰ ਆ ਜਾਂ ਪ੍ਰੋਡਕਸ਼ਨ ਸੈਕਟਰ ਜਿਹਨੂੰ ਆਪਾਂ ਬੋਲਦੇ ਆ, ਉਹਨਾਂ ਦੇ ਨਾਲ ਐਕਸਪੋਰਟ ਤੇ ਇੰਪੋਰਟਸ, ਰਿਸਿਪਟ ਐਂਡ ਪੇਮੈਂਟਸ ਜੋੜੀਆਂ ਜਾਣੀਆਂ। ਕਲੀਅਰ। ਕਹਿੰਦੇ ਦੇਖੋ ਜਦੋਂ ਆਪਣਾ ਦੇਸ਼ ਦੇ ਵਿੱਚ ਕਹਿੰਦੇ ਜਿਹੜੀਆਂ ਐਕਸਪੋਰਟ ਆਪਣੇ ਦੇਸ਼ ਨੇ ਕੀਤਾ, ਠੀਕ ਹੈ, ਬਾਕੀ ਦੇਸ਼ਾਂ ਨੂੰ, ਤਾਂ ਉਹਦੇ ਬਦਲੇ ਆਪਾਂ ਨੂੰ ਐਕਸਪੋਰਟ ਰਿਸਿਪਟ ਮਿਲਣਗੀਆਂ, ਪ੍ਰਾਪਤੀਆਂ ਹੋਣਗੀਆਂ, ਪੈਸਾ ਆਪਣੇ ਦੇਸ਼ ਵਿੱਚ ਆਊਗਾ। ਠੀਕ ਹੈ, ਹੁਣ ਆਪਾਂ ਪੜ੍ਹਿਆ ਸੀ ਜਦੋਂ ਇਹਨਾਂ ਬਿਜ਼ਨਸ ਸੈਕਟਰ ਨੂੰ ਮੰਨ ਲਓ ਕੋਈ ਬਹੁਤ ਸਾਰੀਆਂ ਮਸ਼ੀਨਾਂ ਦੀ ਲੋੜ ਪੈ ਗਈ, ਸੋ ਉਹਨਾਂ ਨੂੰ ਕੀ ਆ ਇਹ ਮਸ਼ੀਨਾਂ ਬਾਹਰਲੇ ਦੇਸ਼ਾਂ ਤੋਂ ਇੰਪੋਰਟ ਕਰਾਉਣੀਆਂ ਪੈਣਗੀਆਂ। ਸੋ ਉਹਨਾਂ ਦੇ ਬਦਲੇ ਬਿਜ਼ਨਸ ਸੈਕਟਰ ਨੂੰ ਕੀ ਆ ਇੰਪੋਰਟ ਪੇਮੈਂਟਸ ਕਰਨੀਆਂ ਪੈਣਗੀਆਂ, ਜਿਹਦੇ ਵਿੱਚੋਂ ਪੈਸਾ ਆਪਣੀ ਕੰਟਰੀ ਦੇ ਵਿੱਚੋਂ ਬਾਕੀ ਦੇਸ਼ਾਂ ਦੀ ਕੰਟਰੀ, ਫੋਰਨਰ ਕੰਟਰੀਜ਼ ਦੇ ਵਿੱਚ ਚਲਿਆ ਜਾਊਗਾ। ਕਲੀਅਰ। ਇਸ ਤਰ੍ਹਾਂ ਕੀ ਆ ਜਿਹੜਾ ਰੈਸਟ ਆਫ ਦਾ ਵਰਲਡ ਆ, ਬਾਕੀ ਦੇਸ਼ਾਂ ਦੀਆਂ ਇਕੋਨਮੀਜ਼ ਆ ਆਪਣੇ ਦੇਸ਼ ਨਾਲ, ਆਪਣੇ ਦੇਸ਼ ਦੇ ਪ੍ਰੋਡਕਸ਼ਨ ਸੈਕਟਰ ਦੇ ਨਾਲ ਐਕਸਪੋਰਟ ਤੇ ਇੰਪੋਰਟ ਦੇ ਰਾਹੀਂ ਜੁੜੀਆਂ ਹੋਈਆਂ। ਕਲੀਅਰ। ਇਹਨਾਂ ਦਾ ਫਲੋ, ਇਨਕਮ ਫਲੋ ਇਦਾਂ ਚੱਲਦਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਆਪਣੀ ਕੰਟਰੀ ਦੇ ਵਿੱਚ ਕੀ ਆ ਆਮ ਲੋਕ ਵੀ ਰਹਿੰਦੇ ਆ ਜੋ ਬਾਹਰਲੇ ਦੇਸ਼ਾਂ ਦੇ ਨਾਲ ਜੁੜੇ ਹੁੰਦੇ ਆ। ਠੀਕ ਹੈ, ਆਪਣੇ ਆਮ ਲੋਕ, ਘਰੇਲੂ ਖੇਤਰ ਦੇ ਲੋਕ ਕੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ। ਠੀਕ ਹੈ, ਉੱਥੇ ਕੀ ਆ ਆਪਾਂ ਬੋਲਦੇ ਆ ਵੀ ਉਹਨਾਂ ਦੀ ਲੇਬਰ ਕਰਦੇ ਆ। ਠੀਕ ਹੈ, ਸੋ ਦੇਖੋ ਕਹਿੰਦੇ ਵੇਜਸ ਵਗੈਰਾ ਜਿਹੜੀਆਂ ਜਾਂ ਫਿਰ ਉਹਨਾਂ ਦੀ ਜੋਬ ਕਰਦੇ ਆ, ਉਹਨਾਂ ਦੀਆਂ ਸੈਲਰੀਜ਼ ਵਗੈਰਾ ਜੋ ਉਹਨਾਂ ਨੂੰ ਫੈਕਟਰ ਪੇਮੈਂਟਸ ਆ, ਉਹ ਕੀ ਆ ਫੈਕਟਰ ਪੇਮੈਂਟਸ ਦਾ ਮਤਲਬ ਹੁੰਦਾ, ਠੀਕ ਹੈ, ਜਿਹੜੇ ਲੋਕਾਂ ਨੇ ਉੱਧਰ ਜਾ ਕੇ ਕੰਮ ਕੀਤਾ, ਠੀਕ ਹੈ, ਮਿਹਨਤ ਕੀਤੀ ਤੇ ਆਪਣੇ ਪੈਸੇ ਕਮਾਏ, ਉਹਨਾਂ ਦੇ ਬਦਲੇ ਜੋ ਪੇਮੈਂਟ ਪ੍ਰਾਪਤ ਹੁੰਦੀ ਆ ਉਹਨਾਂ ਨੂੰ ਫੈਕਟਰ ਪੇਮੈਂਟਸ ਬੋਲਿਆ ਜਾਂਦਾ। ਸੋ ਜਿਹੜਾ ਪੈਸਾ ਕੀ ਆ ਬਾਹਰਲੇ ਦੇਸ਼ਾਂ ਤੋਂ ਹਾਊਸ ਹੋਲਡ ਵੱਲ ਟਰਾਂਸਫਰ ਹੋਣਾ, ਉਹ ਹੋਊਗਾ ਨੈਟ ਜਿਹੜਾ ਫੈਕਟਰ ਟਰਾਂਸਫਰ ਦੇ ਰਾਹੀਂ। ਠੀਕ ਹੈ, ਜੋ ਉਧਰ ਉਹਨਾਂ ਨੇ ਕੀ ਕੀਤਾ, ਕੰਮ ਕੀਤਾ, ਠੀਕ ਹੈ, ਜਾਂ ਜੋਬ ਵਗੈਰਾ ਕੀਤੀ। ਕਲੀਅਰ। ਉਹ ਪੈਸਾ ਬਾਹਰਲੇ ਦੇਸ਼ ਆਪਣੀ ਕੰਟਰੀ ਦੇ ਵਿੱਚ ਭੇਜ ਦਿੰਦੇ ਆ। ਇਸ ਤੋਂ ਬਿਨਾਂ ਦੇਖੋ ਕਹਿੰਦੇ ਰੈਸਟ ਆਫ ਦਾ ਵਰਲਡ ਹੋਰ ਕੀ ਕਰਦਾ, ਕਹਿੰਦੇ ਟਰਾਂਸਫਰ ਪੇਮੈਂਟਸ ਵੀ ਕਰਦਾ। ਠੀਕ ਹੈ, ਆਪਣੇ ਲੋਕ ਕੀ ਆ ਉੱਥੋਂ ਪੈਨਸ਼ਨ ਵਗੈਰਾ ਜੋ PR ਵਗੈਰਾ ਹੋ ਜਾਂਦੇ ਆ, ਠੀਕ ਹੈ, ਉੱਥੋਂ ਦੇ ਵਸਨੀਕ ਹੋ ਜਾਂਦੇ ਆ, ਉਹਨਾਂ ਦੀ ਪੈਨਸ਼ਨ ਵਗੈਰਾ ਲੱਗ ਜਾਂਦੀ ਆ, ਉਹਨਾਂ ਨੂੰ ਟਰਾਂਸਫਰ ਪੇਮੈਂਟਸ ਜਿੱਦਾਂ ਆਪਾਂ ਪੜ੍ਹਿਆ ਸੀ, ਉਹਨਾਂ ਨੂੰ ਸਕਾਲਰਸ਼ਿਪ ਮਿਲਦੀਆਂ। ਠੀਕ ਹੈ, ਉਹਨਾਂ ਨੂੰ ਪੈਨਸ਼ਨਸ ਮਿਲਦੀਆਂ, ਉਹਨਾਂ ਨੂੰ ਅਲਾਉੈਂਸ ਵਗੈਰਾ ਮਿਲਦਾ। ਸੋ ਕੀ ਆ ਜਿਹੜਾ ਇਹ ਪੈਸਾ ਵੀ ਕੀ ਆ ਹਾਊਸ ਹੋਲਡ ਵੱਲ ਟਰਾਂਸਫਰ ਹੁੰਦਾ। ਕਲੀਅਰ। ਇਸੇ ਤਰ੍ਹਾਂ ਆਪਣਾ ਇਹ 4 ਸੈਕਟਰ ਮਾਡਲ ਇਦਾਂ ਹੀ ਚੱਲਦਾ ਹੈ। ਠੀਕ ਹੈ, ਇਦਾਂ ਹੀ ਉਹਦੇ ਵਿੱਚ ਮਨੀ ਫਲੋ ਹੁੰਦਾ। ਇਹਦੇ ਨਾਲ ਹੀ ਆਪਣੇ ਇਹ ਮਾਡਲ ਫਿਨਿਸ਼ ਹੋ ਜਾਂਦੇ ਆ। ਥੈਂਕ ਯੂ ਸਟੂਡੈਂਟਸ।